ਵੱਲ ਚਲ ਗਈ। ਮੈਂ ਬਹੁਤ ਪੰਜਾਬੀ ਫਿਲਮਾਂ 'ਚ ਕੰਮ ਕੀਤਾ ਹੈ ਐਜ਼ ਐਨ ਐਕਟਰੈਸ। ਤੇ ਜਦ ਮੈਂ ਐਕਟਿੰਗ ਕਰਦੀ ਸੀ, ਚੰਨਾ ਮੇਰਿਆ ਹੋ ਗਿਆ, ਦੇਸੀ ਰੋਮੀਓਜ਼, ਲੱਕੀ ਦੀ ਅਨਲੱਕੀ ਸਟੋਰੀ, ਸਨ ਆਫ ਮਨਜੀਤ ਸਿੰਘ, ਗੁੱਗੀ ਜੀ ਨਾਲ, ਤੇ ਉਹਦੇ ਵਿੱਚ ਆਪਣੇ ਆਪ ਨੂੰ ਭੁੱਲਣਾ ਪੈਂਦਾ ਹੈ। ਯੂ ਨੀਡ ਟੂ ਫੋਰਗੇਟ ਹੂ ਇਜ਼ ਸ਼ਿਲਪਾ। ਤੁਸੀਂ ਕਦੇ ਪ੍ਰੀਤੀ ਬਣ ਜਾਂਦੇ ਹੋ, ਕਦੇ ਸੁਨੰਦਾ ਬਣ ਜਾਂਦੇ ਹੋ, ਕਦੀ ਰੋਹਿਣੀ ਬਣ ਜਾਂਦੇ ਹੋ। ਮੈਨੂੰ ਲੱਗਦਾ ਜਿਹੜਾ ਬੰਦਾ ਕਲਾਕਾਰ ਹੁੰਦਾ ਹੈ ਉਹ ਆਲਰੇਡੀ ਉਹਦੇ ਅੰਦਰ ਹੁੰਦੀ ਹੈ। ਜਿਵੇਂ ਤੁਸੀਂ ਐਜ਼ ਅ ਸਿੰਗਰ ਹੋ, ਤੁਸੀਂ ਵਧੀਆ ਗਾਉਂਦੇ ਹੋ, ਤੁਹਾਡੇ ਅੰਦਰ ਰੂਹਾਨੀਅਤ ਹੈ, ਤੁਹਾਡੇ ਅੰਦਰ ਇੱਕ ਕਨੈਕਸ਼ਨ ਹੈ ਸਪਿਰਿਚੁਅਲਿਟੀ। राइट। ਉੱਦਾਂ ही एस्ट्रोलॉजी है, ज़रिया है स्पिरिचुअलिटी का, वास्तु है, ज़रिया है स्पिरिचुअलिटी का। चलो जी, जिदा मैं जिक्र किया पहले कि बहुत वास्ट सब्जेक्ट है, राइट। सो इन्नियां सारियां चीज़ां तुसी मतलब करते हो, राइट। सो वो डिफिकल्ट नहीं लगता या फिर ईजिली हर चीज़ ना कनैक्ट कर जाती? मदर हो, कदे तुसी सिस्टर हो, कदे तुसी कुछ हो, तो एक इंसान के ਵੱਖ-ਵੱਖ किरदार उदा ही होंगे। इदा ही प्रोफेशनल लाइफ के विच हुंदा है, कदे कुछ कदे कुछ कदे कुछ। सो लाइफ इज़ ब्यूटीफुल, लाइफ इज़ अ ब्यूटीफुल जर्नी, तो मैं उन्होंने मैं जी रही हाँ। आज के युग के अगर कोई गुरु हैं तो एस्ट्रोलॉजर पी खुराना जी हैं, क्योंकि आज की वैदिक एस्ट्रोलॉजी को उन्होंने एक अलग एंगल दिया है, एक अलग दृष्टिकोण दिया है, जिसमें वो अंधविश्वास के खिलाफ है, जिसमें वो सुपरस्टिशन के खिलाफ है, और नज़रिया फिजिक्स को लेकर, साइंटिफिक अप्रोच को लेकर है। बहुत ही ब्यूटीफुल और गॉर्जियस वास्तु एक्सपर्ट एंड एस्ट्रोलॉजर शिल्पा धर साडे नाल मौजूद ने। शिल्पा, तुहाडा बहुत बहुत स्वागत है। सत श्री अकाल, थैंक यू सो मच। सो शिल्पा, अज जिहड़ी बुक है पी खुराना जी दी, आचार्य पी खुराना जी दी, रिलीज़ हुई है, जिसका नाम है वीनस मार्स लव एंड मैरिज। सो वो लॉन्चिंग तुहाडे तो करवाई है, उन्होंने रिलीज़ तुहाडे तो करवाई है। सो की कहोगे इस पर? आई एम ब्लैसड, आई एम ऑनर्ड। मैं बहुत खुश हाँ कि ਜਿਹੜੇ ਮੇਰੇ ਗੁਰੂ ਨੇ ਆਚਾਰਿਆ ਪੀ ਖੁਰਾਨਾ ਜੀ, ਉਹਨਾਂ ਨੇ ਮੈਨੂੰ ਇਸ ਲਾਇਕ ਸਮਝਾ ਕਿ ਮੈਂ ਉਹਨਾਂ ਦੀ ਬੁੱਕ ਦਾ ਇਨੋਗ੍ਰੇਸ਼ਨ ਕਰ ਸਕਾਂ। ਮੇਰੇ ਲਈ ਬਹੁਤ 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 ਵੱਡੀ ਗੱਲ ਹੈ। 2013 ਤੋਂ ਤੁਸੀਂ ਉਹਨਾਂ ਨੂੰ ਜਾਣਦੇ ਹੋ, ਰਾਈਟ? ਹਾਂਜੀ, ਹਾਂਜੀ। ਸੋ ਇੰਨੇ ਸਾਲ ਹੋ ਗਏ, 2013 ਹੁਣ 2021 ਚੱਲ ਰਿਹਾ, ਰਾਈਟ? ਸੋ ਇੰਨੇ ਸਾਲਾਂ ਦੇ ਵਿੱਚ ਓਬਵੀਅਸਲੀ ਤੁਸੀਂ ਬਹੁਤ ਕੁਝ ਸਿੱਖਿਆ ਹੋਏਗਾ। ਹਾਲਾਂਕਿ ਉਹਨਾਂ ਦਾ ਕਹਿਣਾ ਸੀ ਕਿ ਉਹਨਾਂ ਨੇ ਪਹਿਲੇ ਉਹਨਾਂ ਨੂੰ ਬਹੁਤ ਕੁਝ ਆਉਂਦਾ ਸੀਗਾ, ਬਟ ਆ ਕੇ ਜਿਹੜੀ ਹੈ ਨਾ ਹੋਰ ਆਪਣੇ ਆਪ ਨੂੰ ਜਿਹੜਾ ਨਰਿਸ਼ ਕੀਤਾ, ਰਾਈਟ? ਸੋ ਇਹ ਇੰਨੇ ਸਾਲਾਂ ਦਾ ਐਕਸਪੀਰੀਅੰਸ, ਇੰਨੇ ਸਾਲਾਂ ਦਾ ਇੱਕ ਬੌਂਡ ਜਿਹੜਾ ਹੈ ਤੁਹਾਡੇ ਨਾਲ ਬਣਿਆ ਹੋਏਗਾ ਪੀ ਖੁਰਾਨਾ ਜੀ ਦਾ। ਸੋ ਉਸ ਬਾਰੇ ਕੀ ਕਹਿਣਾ ਚਾਹੋਗੇ? ਮੈਂ ਇੱਕ ਗੱਲ ਕਹਿਣਾ ਚਾਹੁੰਦੀ ਹਾਂ ਕਿ ਅੱਜ ਬਹੁਤ ਮੀਂਹ ਪੈ ਰਿਹਾ ਸੀਗਾ, ਤੇ ਜਦ ਮੀਂਹ ਪੈ ਰਿਹਾ ਸੀ, छोटी जी पानी दी बूंदें जो होती हैं वो अपना अस्तित्व मिटा के समुद्र में बह जाती है। तो उसमें से करोड़ों लाखों बूंदों में से एक बूंद ऐसी होती है जो ऑयस्टर बन जाती है और उसमें मोती बन जाता है। तो मेरा सौभाग्य है कि मुझे ऐसा लगता है जो उनके साथ मेरा बॉन्ड है, मैं एक छोटी सी पानी की बूंद हूँ और वो एक विशाल समुद्र है जिसमें मैं समा चुकी हूँ। मेरा खुद का कोई अस्तित्व नहीं है, जो है मेरे गुरु से है। बस बहुत वड्डी गल तुसी कही है इत्थे कि मैं एक छोटी जी बूंद और आचार्य पी खुराना जी ਸਮੁੰਦਰ ਨੇ, ਰਾਈਟ? ਜਦੋਂ ਇੱਕ ਸ਼ਿਸ਼ਯ ਆਪਣੇ ਗੁਰੂ ਨੂੰ ਮਿਲਦਾ ਹੈ, ਬਹੁਤ ਕੁਝ ਸਿੱਖਦਾ ਹੈ ਨਾ, ਔਰ ਇੱਕ ਲਾਲਸਾ ਜੀ ਹੁੰਦੀ ਹੈ ਅੰਦਰ ਕਿ ਮੈਂ ਕੁਛ ਨਾ ਕੁਛ ਤਾਂ ਸਿੱਖਦਾ ਰਹਾਂ, ਕੁਛ ਨਾ ਕੁਛ ਨਵਾਂ ਜਿਹੜਾ ਸਿੱਖਦਾ ਰਹਾਂ। ਜਿੱਦਾਂ ਮੈਂ ਪਹਿਲੇ ਵੀ ਜ਼ਿਕਰ ਕੀਤਾ ਕਿ ਖੁਰਾਨਾ ਸਰ ਕਹਿ ਰਹੇ ਸੀ ਕਿ ਹਾਂ ਪਹਿਲੇ ਹੀ ਉਹਨਾਂ ਨੂੰ ਬਹੁਤ ਚਾਹੁੰਦਾ ਸੀ। ਤੁਹਾਨੂੰ ਕਦੋਂ ਤੋਂ ਇੰਟਰਸਟ ਪਿਆ ਸੀਗਾ ਕਿ ਹਾਂ ਮੈਂ ਐਸਟਰੋਲੋਜੀ ਵੱਲ ਜਾਣਾ ਹੈ? ਕਿਉਂਕਿ ਇਹ ਬਹੁਤ ਵਾਸਟ ਸਬਜੈਕਟ ਹੈ, ਕੋਈ ਛੇਤੀ ਵੀ ਇੱਥੇ ਹੱਥ ਨਹੀਂ ਪਾਉਂਦਾ। ਸੋ ਤੁਸੀਂ ਕਦੋਂ ਸੋਚਿਆ ਸੀ? ਸੋ ਜਦ ਮਤਲਬ ਬਚਪਨ ਤੋਂ ਹੀ ਮੇਰਾ ਸਪਿਰਿਚੁਅਲਿਟੀ ਵੱਲ ਬਹੁਤ ਹੀ ਜ਼ਿਆਦਾ ਇੰਟਰਸਟ ਸੀ, ਤੇ ਜਦ ਮੈਂ ਵੱਡੀ ਹੋਈ ਮੈਨੂੰ ਲਿਖਣ ਦਾ ਬਹੁਤ ਸ਼ੌਕ ਸੀ। ਆਈਵ ਆਥਰਡ ਮੋਰ ਦੈਨ 4 ਬੁੱਕਸ, ਤੇ ਮੇਰੀ ਹਰ ਬੁੱਕ ਦੇ ਵਿੱਚ ਸਪਿਰਿਚੁਅਲ ਟੱਚ ਸੀ। ਆਈ ਵਾਸ 15 ਇਅਰਸ 올ਡ ਵੈਨ ਆਈ ਆਥਰਡ ਮਾਈ ਫਰਸਟ ਬੁੱਕ। ਉਹਦਾ ਕਰਦੇ 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 ਮੈਂ ਐਕਟਿੰਗ ਵੱਲ ਚਲ ਗਈ। ਮੈਂ ਬਹੁਤ ਪੰਜਾਬੀ ਫਿਲਮਾਂ 'ਚ ਕੰਮ ਕੀਤਾ ਹੈ ਐਜ਼ ਐਨ ਐਕਟਰੈਸ। ਤੇ ਜਦ ਮੈਂ ਐਕਟਿੰਗ ਕਰਦੀ ਸੀ, ਚੰਨਾ ਮੇਰਿਆ ਹੋ ਗਿਆ, ਦੇਸੀ ਰੋਮੀਓਜ਼, ਲੱਕੀ ਦੀ ਅਨਲੱਕੀ ਸਟੋਰੀ, ਸਨ ਆਫ ਮਨਜੀਤ ਸਿੰਘ, ਗੁੱਗੀ ਜੀ ਨਾਲ, ਤੇ ਉਹਦੇ ਵਿੱਚ ਆਪਣੇ ਆਪ ਨੂੰ ਭੁੱਲਣਾ ਪੈਂਦਾ ਹੈ। ਯੂ ਨੀਡ ਟੂ ਫੋਰਗੇਟ ਹੂ ਇਜ਼ ਸ਼ਿਲਪਾ। ਤੁਸੀਂ ਕਦੇ ਪ੍ਰੀਤੀ ਬਣ ਜਾਂਦੇ ਹੋ, ਕਦੇ ਸੁਨੰਦਾ ਬਣ ਜਾਂਦੇ ਹੋ, ਕਦੀ ਰੋਹਿਣੀ ਬਣ ਜਾਂਦੇ ਹੋ। ਦੈਟ ਇਜ਼ ਦ ਫਰਸਟ ਲੈਸਨ ਆਫ ਸਪਿਰਿਚੁਅਲਿਟੀ, ਦੈਟ ਇਜ਼ ਵੇਅਰ ਸਪਿਰਿਚੁਅਲਿਟੀ ਕੇਮ ਫਰੋਮ। ਆਪਣੇ ਆਪ ਨੂੰ ਭੁੱਲ ਜਾਓ ਤੇ ਕਿਸੇ ਹੋਰ ਨੂੰ ਉੱਥੋਂ ਨਵਾਜ਼ਾ ਜਾਂਦਾ ਹੈ ਤੁਹਾਨੂੰ। ਤੇ ਇੰਟਰਸਟ ਹੌਲੀ ਹੌਲੀ ਕਰਕੇ ਵੱਧਦਾ ਗਿਆ ਵੱਧਦਾ ਗਿਆ। ਮੈਂ ਪੜ੍ਹਦੀ ਰਹੀ, ਬਹੁਤ ਕਿਤਾਬਾਂ ਪੜ੍ਹੀਆਂ, ਜਿਹੜੀ ਮੈਂ ਲਿਖੀ ਵੀ ਹੈ ਆਪ, ਉਹਨਾਂ ਵਿੱਚ ਵੀ ਇੱਕ ਅਲੱਗ ਰੂਹਾਨੀਅਤ ਹੈ। ਉਸ ਤੋਂ ਇਲਾਵਾ ਮੇਰਾ ਸਤਸੰਗ, ਜਿਹੜੇ ਲੋਕ ਮੇਰੇ ਫਰੈਂਡਸ ਸੀ, ਸਰਕਲ ਸੀਗਾ, ਜਿਵੇਂ ਗੁੱਗੀ ਜੀ, ਲਖਵਿੰਦਰ ਵਡਾਲੀ ਜੀ, ਬਹੁਤ ਹੀ ਰੂਹਾਨੀਅਤ ਵਾਲੇ ਲੋਕ ਨੇ ਬੰਬੇ ਵਿੱਚ ਵੀ। ਤੇ ਧੀਰੇ 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 ਕਰਕੇ ਜਦ ਮੇਰੀ ਮੁਲਾਕਾਤ ਖੁਰਾਨਾ ਜੀ ਨਾਲ ਹੋਈ, ਤੇ ਮੇਰਾ ਹੋਰ ਇੰਟਰਸਟ ਜਾ ਗਿਆ ਐਸਟਰੋਲੋਜੀ ਵੱਲ, ਵਾਸਤੂ ਵੱਲ। ਹੈ ਉਹੀ ਰੱਬ ਦੇ ਰੂਪ ਹੈ, ਉਹੀ ਡਿਫਰੈਂਟ ਸ਼ੇਡਸ ਆਫ ਹਾਊ ਯੂ ਐਨਾਲਾਈਜ਼ ਇਟ,
ਮੈਨੂੰ ਲੱਗਦਾ ਜਿਹੜਾ ਬੰਦਾ ਕਲਾਕਾਰ ਹੁੰਦਾ ਹੈ ਉਹ ਆਲਰੇਡੀ ਉਹਦੇ ਅੰਦਰ ਹੁੰਦੀ ਹੈ, ਜਿਵੇਂ ਆਪ ਤੁਸੀਂ ਐਜ਼ ਅ ਸਿੰਗਰ ਹੋ, ਤੁਸੀਂ ਵਧੀਆ ਗਾਉਂਦੇ ਹੋ, ਤੁਹਾਡੇ ਅੰਦਰ ਰੂਹਾਨੀਅਤ ਹੈ, ਤੁਹਾਡੇ ਅੰਦਰ ਇੱਕ ਕਨੈਕਸ਼ਨ ਹੈ स्पिरिचुअलिटी। Right. उदा ही एस्ट्रोलॉजी है, ज़रिया है स्पिरिचुअलिटी का, वास्तु है ज़रिया है स्पिरिचुअलिटी का, गुरु साहब का नितनेम है ज़रिया है स्पिरिचुअलिटी का। ये सारे मार्ग ने, रस्ते ने। तो एस्ट्रोलॉजी मेरे अंदर जिज्ञासा बहुत है, कुछ नवा सीखण दी, कुछ नवा करन दी। एवरी टाइम आई वांट टू एक्सप्लोर। सो इन्हां कोल मैं एस्ट्रोलॉजी ते वास्तु सीखी ਤਾਂ ਇੱਕ ਇੰਟਰਸਟ ਜਾਗਿਆ ਕਿ ਪਹਿਲਾ ਸਪਿਰਿਚੁਅਲਿਟੀ ਸੀ, ਹੋਰ ਵੀ ਇਹਦੇ ਬਾਰੇ ਕੁਝ ਜਾਣਾ, ਹੋਰ ਵੀ ਜਾਣਾ। ਐਂਡ ਟਿਲ ਮਾਈ ਲਾਸਟ ਬ੍ਰੈਥ ਆਈ ਵਿਲ ਕੀਪ ਲਰਨਿੰਗ। ਮੈਨੂੰ ਲੱਗਦਾ ਹਲੇ ਵੀ ਮੈਨੂੰ ਕੁਝ ਨਹੀਂ ਆਉਂਦਾ, ਬਹੁਤ ਸਿੱਖਣ ਦੀ ਲੋੜ ਹੈ, ਬਹੁਤ ਉਮਰ ਪਈ ਹੈ ਹਲੇ, ਆਈ ਐਮ ਵੈਰੀ ਯੰਗ। ਸੋ 15 ਈਅਰ, ਜਦੋਂ ਤੁਸੀਂ 15 ਸਾਲ ਦੇ ਸੀਗੇ ਹੈ ਨਾ, 15 ਸਾਲ ਦੀ ਉਮਰ ਬਹੁਤ ਘੱਟ ਹੁੰਦੀ ਹੈ, ਔਰ ਤੁਸੀਂ ਕਿਹਾ ਕਿ ਪਹਿਲੀ ਕਿਤਾਬ ਜਿਹੜੀ ਹੈ ਨਾ ਤੋਂ ਆਈ, ਸੋ ਉਸ ਤੋਂ ਬਾਅਦ ਐਕਟਿੰਗ ਦੀ ਵੀ ਜਿਹੜੀ ਹੈ ਤੁਹਾਨੂੰ ਤੁਸੀਂ ਕੀਤੀ ਹੈ, ਤੁਹਾਨੂੰ ਸ਼ੌਕ ਰਿਹਾ ਹੈ, ਔਰ ਐਸਟ੍ਰੋਲੋਜੀ ਜਿੱਦਾਂ ਮੈਂ ਜ਼ਿਕਰ ਕੀਤਾ ਪਹਿਲੇ ਕਿ ਬਹੁਤ ਵਾਸਟ ਸਬਜੈਕਟ ਹੈ, ਰਾਈਟ। ਸੋ ਇੰਨੀਆਂ ਸਾਰੀਆਂ ਚੀਜ਼ਾਂ ਤੁਸੀਂ ਮਤਲਬ ਕਰਦੇ ਹੋ, ਰਾਈਟ। ਸੋ ਉਹ ਡਿਫਿਕਲਟ ਨਹੀਂ ਲੱਗਦਾ ਜਾਂ ਫਿਰ ਈਜ਼ੀਲੀ ਹਰ ਚੀਜ਼ ਨਾਲ ਕਨੈਕਟ ਕਰ ਜਾਂਦੇ ਨਹੀਂ, ਸ਼ਿਲਪਾ? ਜਿਵੇਂ ਵਿਲੀਅਮ ਸ਼ੇਕਸਪੀਅਰ ਨੇ ਕਿਹਾ ਵਰਲਡ ਇਜ਼ ਅ ਸਟੇਜ, ਵੀ ਆਲ ਆਰ ਐਕਟਰਸ। ਮੈਂ ਜਿਵੇਂ ਕਿਹਾ ਕਿ ਜਦੋਂ ਇੱਕ ਸੈੱਟ ਤੇ ਐਕਟਰ ਪਰਫਾਰਮ ਕਰਦਾ ਤੁਸੀਂ ਇੱਕ ਵਾਰੀ ਇੱਕ ਕਿਰਦਾਰ ਨਿਭਾਉਂਦੇ ਹੋ, ਦੂਜੀ ਵਾਰੀ ਦੂਜਾ ਕਿਰਦਾਰ ਨਿਭਾਉਂਦੇ ਹੋ। ਸਿਮਿਲਰਲੀ ਆਪਣੀ ਲਾਈਫ ਦੇ ਵਿੱਚ ਕਦੇ ਯੂ ਆਰ ਪਰਫਾਰਮਿੰਗ ਦ ਰੋਲ ਆਫ ਬੀਇੰਗ ਅ ਡਾਟਰ, ਕਦੇ ਤੁਸੀਂ ਮਦਰ ਹੋ, ਕਦੇ ਤੁਸੀਂ ਸਿਸਟਰ ਹੋ, ਕਦੇ ਤੁਸੀਂ ਕੁਛ ਹੋ। ਤੇ ਇੱਕ ਇਨਸਾਨ ਦੇ ਵੱਖ-ਵੱਖ ਕਿਰਦਾਰ ਉੱਦਾਂ ਹੀ ਹੁੰਦੇ, ਇੱਦਾਂ ਹੀ ਪ੍ਰੋਫੈਸ਼ਨਲ ਲਾਈਫ ਦੇ ਵਿੱਚ ਹੁੰਦਾ ਹੈ, ਕਦੇ ਕੁਛ ਕਦੇ ਕੁਛ ਕਦੇ ਕੁਛ। ਸੋ ਲਾਈਫ ਇਜ਼ ਬਿਊਟੀਫੁਲ, ਲਾਈਫ ਇਜ਼ ਅ ਬਿਊਟੀਫੁਲ ਜਰਨੀ, ਤੇ ਮੈਂ ਉਹਨੂੰ ਮੈਂ ਜੀ ਰਹੀ ਹਾਂ। ਸੋ ਇਸ ਬੁੱਕ ਬਾਰੇ ਵੀ ਗੱਲਬਾਤ ਜ਼ਰੂਰ ਕਰੂੰਗੀ, ਪਰ ਮੈਂ ਹੁਣ ਮੇਰੇ ਐਕਟਿੰਗ ਵਾਲਾ ਸਵਾਲ ਮੇਰੇ ਜ਼ਿਹਨ 'ਚ ਆ ਗਿਆ। ਸੋ ਫਿਲਮਸ ਦੇ ਵਿੱਚ ਕੰਮ ਕੀਤਾ ਹੁਣ ਦੁਬਾਰਾ, ਕਿਉਂਕਿ ਥੀਏਟਰਸ ਵੀ ਸ਼ਾਇਦ ਖੁੱਲ ਜਾਣ ਜਲਦ ਤੋਂ ਜਲਦ, ਕਿਉਂਕਿ ਅਲਾਉਡ ਤਾਂ ਗਵਰਨਮੈਂਟ ਨੇ ਕਰਤਾ ਹੈ। ਤੁਹਾਨੂੰ ਤੁਸੀਂ ਹੋਰ ਕਿਸੇ ਪ੍ਰੋਜੈਕਟ ਦੇ ਵਿੱਚ ਆ ਰਹੇ ਹੋ? ਜੀ, ਮੇਰੀ ਹੁਣੇ ਇੱਕ OTT ਫਿਲਮ, OTT ਪਲੇਟਫਾਰਮ ਤੇ ਫਿਲਮ ਆਈ ਹੈ, ਹਿੰਦੀ ਫਿਲਮ, ਐਜ਼ ਅ ਮੇਨ ਲੀਡ ਆਰਟਿਸਟ। ਫਿਲਮ ਦਾ ਨਾਮ ਹੈ ਡਾਊਨਟਾਊਨ, ਐਂਡ ਇਟਸ ਔਨ ਆਲ ਪਲੇटफॉर्म्स, हंगामा, अमेज़ॉन, MX प्लेयर। मेरा 2021 रिलीज़ है वो। इसके अलावा मेरा एक सॉन्ग एज अ सिंगर एक आ चुका है, दूसरा आने वाला है, और मेरी एक और किताब होने वाली है, मतलब 1-2 महीनों में रिलीज़। ये अपकमिंग प्रोजेक्ट्स हैं। बाकी कोविड के कारण थोड़ा सा जो फिल्में हैं उन पे चर्चाएं चल रही हैं, बट आने वाले वक्त में आएंगी। ਸੋ ਕੀ ਲੱਗਦਾ ਹੈ ਕਿ ਲਾਈਕ ਜਿੱਦਾਂ ਮੈਂ ਕਿਉਂ ਥੀਏਟਰਸ ਦੀ ਗੱਲ ਕੀਤੀ, ਬੰਦ ਹੈ ਅਜੇ ਹੈ ਨਾ, ਬਹੁਤ ਸਾਰੇ ਆਰਟਿਸਟ ਦੀ ਬਹੁਤ ਸਾਰੀ ਫਿਲਮਾਂ ਜਿਹੜੀਆਂ ਬਣ ਕੇ ਉਹ ਪਈਆਂ ਹੋਈਆਂ ਨੇ, ਰਾਈਟ। OTT ਪਲੇਟਫਾਰਮਸ ਤੇ ਹਾਲਾਂਕਿ ਕੁਝ ਪ੍ਰੋਜੈਕਟਸ ਰਿਲੀਜ਼ ਵੀ ਹੋ ਰਹੇ ਹੈ। ਸੋ ਵਾਸਤੂ ਕੀ ਕਹਿੰਦਾ ਹੈ ਜਾਂ ਫਿਰ ਐਸਟ੍ਰੋਲੋਜੀ ਕੀ ਕਹਿੰਦੀ ਹੈ, ਥੀਏਟਰਸ ਕਦੋਂ ਤੱਕ ਓਪਨ ਹੋਣਗੇ, ਕਦੋਂ ਜਿਹੜੇ ਆਰਟਿਸਟ ਹੈ ਆਪਣੇ ਇੰਨੇ ਪਿਆਰੇ ਪ੍ਰੋਜੈਕਟਸ ਜਿਹੜੇ ਸਾਡੇ ਦਰਸ਼ਕਾਂ ਤੱਕ ਲੈ ਕੇ ਆਉਣਗੇ? ਮੈਨੂੰ ਲੱਗਦਾ है बहुत छेती, बहुत ही जल्दी सारा कुछ वापस पुराना समा लौट आएगा। मुझे लगता है ये जो समा था बहुत ज़रूरी था, बिकॉज कई लोग ऐसे थे जिनमें अहंकार आ चुका था। उन्होंने ये समा देखा कि रब है, प्रभु है, परमात्मा है। कई लोग थे जो नितनेम करना भूल चुके थे, दोबारा से नितनेम में आ गए, रब से डरने लग गए। समा ऐसा आ गया था, इंसान ऊपर वाले कोई रब, मतलब अपने आप को ही रब समझने लग गया था। तो ये जो वक्त आया 2 साल, पिछले 1-1.5-2 साल से कोविड का, ये बहुत ज़रूरी था ना। और पास्ट में बहुत लोगों ने प्रोफेसाइज किया था कि ऐसा एक वक्त आएगा, बट क्योंकि अब हम लोग समझ चुके हैं, हम कुदरत को तवज्जो देते हैं बशर्ते खुद के, कुदरत को ही रब मानने लग गए हैं, जैसे गुरबानी में भी मेंशन्ड है। तो मुझे लगता है वो वक्त बहुत नज़दीक है कि जल्दी सब कुछ ठीक हो जाएगा। ਓਕੇ, ਸੋ ਲੱਗਦਾ ਹੈ ਕਿ ਜਦੋਂ ਇਹ ਵਕਤ ਠੀਕ ਹੋਵੇਗਾ ਜਾਂ ਫਿਰ ਬਹੁਤ ਸਾਰੇ ਲੋਕਾਂ ਨੂੰ ਸਮਝ ਵੀ ਆ ਗਈ ਹੋਵੇਗੀ ਕਿ ਰੱਬ ਹੈ, ਇਸ ਦੁਨੀਆ ਨੂੰ ਜੋ ਚਲਾ ਰਿਹਾ ਹੈ, ਕੁਛ ਨਾ ਕੁਛ ਤੇ ਪਾਵਰ ਹੈਗੀ ਜਿਹੜੀ ਦੁਨੀਆ ਚੱਲ ਰਹੀ ਹੈ ਨਾ। ਅਗਰ ਜੇ ਇੱਦਾਂ ਦਾ ਪੈਂਡੈਮਿਕ ਆ ਸਕਦਾ, ਕਿਉਂਕਿ ਵੈਸੇ ਤਾਂ ਪੈਂਡੈਮਿਕ ਆਉਂਦੇ ਰਹਿੰਦੇ ਹਨ ਕੁਝ ਸਾਲਾਂ ਬਾਅਦ, ਅਗਰ ਇਹ ਪੈਂਡੈਮਿਕ ਆ ਸਕਦਾ ਦੁਬਾਰਾ ਦਾ ਟਾਈਮ ਆਵੇ ਔਰ ਅਸੀਂ ਆਪਣੀ ਜਿਹੜੀ ਔਕਾਤ ਤੇ ਰਹੀਏ, ਤੁਹਾਨੂੰ ਲੱਗਦਾ ਕਿ ਲੋਕਾਂ ਨੂੰ ਸਮਝ ਆਈ ਹੋਏਗੀ? ਮੈਨੂੰ ਲੱਗਦਾ ਲੋਕਾਂ ਨੂੰ ਸਮਝ ਆ ਗਿਆ। ਮੈਨੂੰ ਲੱਗਦਾ ਕਿ ਜਿੰਨਾ ਲੋਕਾਂ ਨਾਲ ਮੇਰੀਆਂ ਗੱਲਾਂ ਹੁੰਦੀਆਂ, ਲੋਟ ਆਫ ਕਲਾਇੰਟਸ ਆਲਸੋ, ਲੋਟ ਆਫ ਫਰੈਂਡਸ ਆਲਸੋ ਹੂ ਹੈਵ ਲੋਸਟ ਪੀਪਲ, ਹੂ ਹੈਵ ਯੂ ਹੈਵ ਸੀਨ ਅ ਲੋਟ ਇਨ ਲਾਈਫ, ਇਹੀ ਕਹਿੰਦੇ ਨੇ ਕਿ ਹੁਣ ਸਮਝ ਆ ਗਈ, ਰੱਬ ਦੀ ਸਮਝ ਆ ਗਈ। ਸੋ ਤੁਸੀਂ ਗਾਣੇ ਵੀ ਗਾਉਂਦੇ ਹੋ, ਮੈਂ ਚਾਹੂੰਗੀ ਪਲੀਜ਼ ਇੱਕ ਗਾਣਾ ਸਾਡੇ ਦਰਸ਼ਕਾਂ ਲਈ। ਮੇਰਾ ਇੱਕ ਟਰੈਕ ਆਇਆ ਸੀਗਾ 2019 ਦੇ ਵਿੱਚ, ਇਟ ਵਾਸ ਅ ਹਿੰਦੀ ਨੰਬਰ, ਜੰਗਲ ਜੰਗਲ, ਤੇ ਉਹਦੀਆਂ 3 ਲਾਈਨਾਂ ਗਾਵਾਂਗੀ। ਸ਼ੋਰ। पोषण पा बई पोषण पा, आंटी ने है वचन दिया, पुलिस को नहीं बुलाती आज, मैनू भी 2 पेग पिला, जंगल जंगल पता चला है, पहाड़ी का न्योता सबको मिला है, जो ना आया पारी पर उसके खिलाफ वारंट निकला है। वाओ, वेरी नाइस। सो नेक्स्ट ट्रैक भी जल्द आ जाएगा, राइट? बहुत जल्दी है, कोविड के कारण थोड़ा सा डिले हो गया है, बट आशा करती हूँ बहुत जल्दी आ जाएगा, बिकॉज ट्रैवलिंग थोड़ी रुक गई है। अदरवाइज बॉम्बे, आई एम बेस्ड इन बॉम्बे, बट मेरा ट्रैवल थोड़ा सा रुक गया उसके कारण।
ਸੋ ਬਹੁਤ ਸਾਰੇ ਤੁਹਾਡੇ ਫਰੈਂਡਸ ਹੈ ਇੰਡਸਟਰੀ ਦੇ ਵਿੱਚ ਹਾਂ। ਇੰਡਸਟਰੀ ਦੇ ਮੈਂ ਆਚਾਰੀਆ ਪੀ ਖੁਰਾਨਾ ਜੀ ਨੂੰ ਵੀ ਪੁੱਛ ਰਹੀ ਸੀ ਕਿ ਇੰਡਸਟਰੀ ਦੇ ਲੋਕ ਜਿਹੜੇ ਫਿਲਮ ਇੰਡਸਟਰੀ ਨਾਲ ਜੁੜੇ ਉਹ ਕਿੰਨਾ ਕੁ ਇੰਟਰਸਟ ਲੈਂਦੇ ਆ ਐਸਟ੍ਰੋਲੋਜੀ ਦੇ ਵਿੱਚ ਇਹੀ ਸਵਾਲ ਤੁਹਾਡੇ ਤੋਂ ਹੀ ਪੁੱਛੂੰਗੀ अरे बहुत 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 इंटरेस्ट लेते हैं बिकॉज शोहरत एक ऐसी चीज़ है, इंडस्ट्री चलती ही शोहरत से है। शोहरत एक ऐसी चीज़ है जो इंसान को, कई ऐसे देखे जो बन गए फिर नीचे आ गए, कई ऐसे देखे जिन्होंने वो मुकाम मेंटेन भी किया। तो एक बार इंसान की ज़िंदगी में शोहरत का चस्का लग जाता है ना, तो वो हमेशा चाहता है कि वो बरकरार रहे, आने वाली उसकी मतलब हमेशा जो पुश्ते उन तक बरकरार रहे। तो उसके अंदर ना एक अटैचमेंट आ जाती है शोहरत को लेके, एक मोह आ जाता है, और उस मोह को वो कैसे हमेशा बांध के रखे, उसकी वजह से वो एस्ट्रोलॉजर्स के पास जाते हैं, उन्हें कंसल्ट करते हैं, उनसे पूछते हैं, क्योंकि इतना ज़्यादा अटैच्ड है वो अपनी शोहरत से। बट कुछ ऐसे कलाकार भी हैं जो बड़े सेल्फलेस है, जो रूहानी है, जो विश्वास रखते हैं कि ऊपर वाले ने उन्हें नवाजा है, वो नहीं जाते हैं। तो ये डिपेंड करता है पर्सन टू पर्सन। बट हाँ, 80 to 90% ऑफ द पीपल हु आर वेरी अटैच्ड, जिनके अंदर मोह माया बहुत ही ज़्यादा है, वो मतलब ज़रूर कंसल्ट करते हैं। ਸੋ ਉਹ ਫਿਰ ਮਤਲਬ ਇਦਾਂ ਹੁੰਦਾ ਹੋਊਗਾ ਕਿ ਕੁਝ ਵੀ ਚੀਜ਼ ਜਿਹੜੀ ਹੈ ਬਿਨਾਂ ਪੁੱਛੇ ਉਹ ਨਹੀਂ ਕਰਦੇ ਹੋਣਗੇ हाँ, ਰਾਈਟ नहीं, नहीं, ਇੱਕ नहीं, ਸਟੈਪ ਵੀ बहुत बहुत पुछ के, मतलब हर चीज़ पुछ के करनी। एक हिसाब नाल मैं समझदी हाँ कि एस्ट्रोलॉजी जिहड़ी है, वास्तु जिहड़ा हैगा, वो शुड बी टेकन लाइक अ गाइडेंस। कि तुसी जिमें रोज़ नहाते हो, रोज़ कर्म करते हो, कर्म कांड करने चाहिए, जैसे कि खुराना जी ने बोला बड़ों की ब्लेसिंग्स लेनी चाहिए, अपने माता पिता का आशीर्वाद लेना चाहिए। अपने कर्मों में आप सुबह नहाते हैं, खाना खाते हैं, वो आपका कर्म कांड है। लेकिन कभी आपको ऐसा लगता है कि आपको गाइडेंस की ज़रूरत है, जैसे आप डॉक्टर के पास जाते हैं फॉर गाइडेंस टू हैव अ बेटर क्वालिटी लाइफ। खाना तो हर कोई खाता है, बट डाइटिशियन के पास वो जाता है जिसे क्वालिटी चाहिए। राइट जीवन तो हर कोई जीता है, बट गुरु के पास, एस्ट्रोलॉजर के पास वो जाता है जिसे क्वालिटी चाहिए। That's how I speak about it. ਓਕੇ ਸੋ ਬਹੁਤ ਸਾਰੇ ਮਿਥਸ ਬਣੇ ਹੋਏ ਆ ਐਸਟ੍ਰੋਲੋਜੀ ਨੂੰ ਲੈ ਕੇ ਤੁਹਾਨੂੰ ਲੱਗਦਾ ਹੈ ਕਿ ਮਿਥਸ ਹੀ ਹੈ ਜਾਂ ਕੁਝ ਸੱਚਾਈ ਵੀ ਹੈ ਉਹਦੇ ਵਿੱਚ ਕਿ ਕਈ ਕਹਿੰਦੇ ਕਿ ਵਹਿਮ ਭਰਮ ਹੈ ਸਿਰਫ ਕਈ ਤਾਂ ਬਿਲਕੁਲ ਵੀ ਨਹੀਂ ਮੰਨਦੇ ਕਈ ਵਾਰ ਜਾਣਦੇ ਉਹਨਾਂ ਦੇ ਐਕਸਪੀਰੀਅੰਸ ਇਦਾਂ ਦੇ ਰਹਿੰਦੇ ਆ ਕਿ ਉਹ ਨੈਗੇਟਿਵ ਹੋ ਜਾਂਦੇ ਆ ਬਹੁਤ ਜ਼ਿਆਦਾ ਸੋ ਸ਼ਿਲਪਾ ਤੁਸੀਂ ਤੁਹਾਡਾ ਕੀ ਟੇਕ ਹੈ ਇਸ ਤੇ मेरा ये टेक हैगा कि मेरी ज़िंदगी का जो एक छोटी सी उम्र में जो तजुर्बा है वो मुझे ये कहता है कि जब चांद आसमान में हिलता है तो चांद के रोज़ चांद मूवमेंट्स करता है रोज़, तो समुद्र की लहरें ऊपर नीचे होती हैं, टाइड्स आती हैं जिसे कहते हैं, ज्योग्राफी में हमने पढ़ा है। तो एक छोटा सा चांद पानी को हिला सकता है। तो सोचिए जो प्लैनेट्स हैं वो एक इंसान के मस्तिष्क पे क्या प्रभाव डालते हैं। दिस इज साइंस। बट अगर हम अंधविश्वास की बात करें, अगर हम सुपरस्टिशन की बात करें, वो साइंस नहीं है, वो मिथ्स हैं। तो जो ऐसी बातें जो मिथ्स हैं, जैसे कि मांगलिक होने, अगर कोई मांगलिक है तो शादी नहीं कर सकता है, जैसे कि इस किताब में मेंशन्ड है आचार्य जी की, तो वो मिथ है। तो जो एस्ट्रोलॉजर आचार्य जी पी खुराना जी हैं, उन्होंने इस किताब में, ना सिर्फ इस किताब में, उन्होंने वैदिक एस्ट्रोलॉजी जो आज के युग में, कलयुग जिसमें हम जी रहे, सतयुग में वेदास लिखे गए थे, बट आज उसके बाद बहुत युग आए, द्वापर युग आया है ना, त्रेता युग आया, लेकिन आज कलयुग में हमें घोर कलयुग चल रहा है, बहुत पाप हो रहा है। तो आज के टाइम पे ना वो एस्ट्रोलॉजी वैलिड नहीं है। आज के युग के अगर कोई गुरु हैं तो वो एस्ट्रोलॉजर पी खुराना जी हैं, क्योंकि आज की वैदिक एस्ट्रोलॉजी को उन्होंने एक अलग एंगल दिया है, एक अलग दृष्टिकोण दिया है, जिसमें वो अंधविश्वास के खिलाफ है, जिसमें वो सुपरस्टिशन के खिलाफ है, और नज़रिया फिजिक्स को लेकर, साइंटिफिक अप्रोच को लेकर है। सो लगता है कि इस किताब के नाल बहुत सारे लोगों की ज़िंदगी बदल सकती है बिल्कुल बदल सकती है, बिल्कुल बदल सकती है, बिकॉज जागरूक होने की बहुत ज़्यादा ज़रूरत है। लोग की सोचते हैं पंडित, एस्ट्रोलॉजर्स वहम पाते, ऐसा कुछ भी नहीं है। ब्यूटीफुल साइंस है, एस्ट्रोलॉजी इज़ अ ब्यूटीफुल साइंस। इससे बड़ी बात क्या होगी, आप सब लोग 6th 7th क्लास में पढ़ते थे, और ज्योग्राफी में ही आपको एस्ट्रोलॉजी की इतनी बड़ी एग्जाम्पल मैंने बता दी। टाइड्स दुनिया में आप किसी से पूछ लीजिए, अमेरिका में बैठा हो, यूरोप में बैठा हो, फॉरेनर हो, इंडियन ना भी हो, कोई भी रिलीजन का हो, हर कोई यही बोलेगा हाँ टाइड तो आती चांद के हिलने से। तो भाई अगर टाइड आती चांद के हिलने से है, तो जब समुद्र हिल गया तो इंसान क्या चीज़ है। अच्छा एक मेरा आखिरी सवाल जो तुसी जिक्र किया है कि फॉरनर्स भी है ना, चाहे किसी भी कंट्री का होवे, सो फॉरनर्स ज़्यादा इंटरेस्ट लेंदे दिख रहे हैं सानू आजकल। बिल्कुल बिल्कुल, आजकल जो हमारी कंट्री का जो कल्चर है, ईस्टर्न कल्चर, सारा वेस्ट, आप
बात करें योग की, जो आजकल प्राणायाम्स हो रहे हैं, योगा हो रहे हैं, उसे वेस्ट तक पहुंचाया गया है ना। जितने जितने जो हमारे इंडिया, जो हमारे यहाँ के रिच हेरिटेज है, शास्त्रास या रिच कल्चर है, सब वेस्ट अडॉप्ट कर रहा है। फॉरेनर्स सीखना चाहते हैं, दे आर गुड लर्नर्स। मैं ये नहीं कहूँगी कि वो हिंदुइज्म को अडॉप्ट करना चाहते हैं, सिखिज्म को अडॉप्ट करना चाहते हैं, बट वो सीखना चाहते हैं। वो सीखना चाहते हैं कि दुनिया में ऐसा क्या है जो इतना देश, भारत देश जो इतने सालों से, पता नहीं कितने सालों से मतलब चलता आ रहा है, इतना एंशिएंट है, ऐसी क्या हिस्ट्री है हमारे देश की, ऐसी क्या विद्या है हमारे पास, उनमें वो क्यूरियोसिटी है सीखने की। राइट। सो ਜਾਂਦੇ ਜਾਂਦੇ ਸਾਡੇ ਵਿਅਰਸ ਨੂੰ ਇਸ ਕਿਤਾਬ ਦੇ ਲਈ ਜੋ ਕਿ आचार्य पी खुराना जी ने लिखी हुई है उस बारे कुछ कहना चाहोगे? मैं कहूँगी कि किताब आप लोग ज़रूर पढ़िएगा, ऑनलाइन अमेज़ॉन से ऑर्डर करिएगा, इसे ज़रूर पढ़िएगा, क्योंकि इसे पढ़कर जो भी लोग ऐसा समझते हैं उनकी शादीशुदा ज़िंदगी में तनाव है, उनको काफ़ी अच्छा, मतलब एक एज अ गाइड, दिस बुक कैन सर्व एज अ गुड गाइड। और जो शादी करना चाहते हैं वो लोग भी अगर कंफ्यूज्ड हैं तो इसको पढ़ के उनके काफ़ी डाउट्स जो हैं, मन की आशंकाएं क्लियर हो जाएंगी। जी, थैंक यू सो मच शिल्पा। थैंक यू। ਸੋ ਇਸ ਇਨਸਾਨ ਨਾਲ ਸ਼ਿਲਪਾ ਧਰ, ਔਰ ਜਿਵੇਂ ਕਿ ਸ਼ਿਲਪਾ ਨੇ ਬਹੁਤ ਸਾਰੀਆਂ ਗੱਲਾਂ ਸਾਨੂੰ ਵਾਸਤੂ ਨਾਲ ਰਿਲੇਟਡ ਦੀਆਂ, ਐਸਟ੍ਰੋਲੋਜੀ ਨਾਲ ਰਿਲੇਟਡ ਦੱਸੀਆਂ, ਔਰ ਬਹੁਤ ਸਾਰੇ ਫਿਲਮਾਂ ਦੇ ਵਿੱਚ ਸ਼ਿਲਪਾ ਕੰਮ ਵੀ ਕਰ ਚੁੱਕੇ ਹੈ, ਔਰ ਉਹਨਾਂ ਦਾ ਟਰੈਕ ਜਿਹੜਾ ਹੈ ਉਹ ਵੀ ਜਲਦ ਜਿਹੜਾ ਹੈ ਰਿਲੀਜ਼ ਹੋਵੇਗਾ। ਸੋ ਤੁਸੀਂ ਜਿਹੜੀ ਵੀ ਤੁਹਾਡੀ ਕੋਈ ਕਨਫਿਊਜ਼ਨ ਹੈ ਤੁਹਾਨੂੰ ਕਿਸੇ ਚੀਜ਼ ਨੂੰ ਲੈ ਕੇ, ਖਾਸ ਕਰ ਲਵ ਮੈਰਿਜ ਦੇ ਵਿੱਚ ਕਹਿੰਦੇ ਕਈ ਵਾਰ ਕਿ ਲਵ ਮੈਰਿਜ ਦੇ ਵਿੱਚ ਕਿ ਅਸੀਂ ਕਰ ਸਕਦੇ ਹਾਂ ਕਿ ਨਹੀਂ ਕਰ ਸਕਦੇ ਹਾਂ, ਕਿ ਅਗਰ ਕੋਈ ਕੁੜੀ ਜਾਂ ਮੁੰਡਾ ਮੰਗਲੀਕ ਹੈ, ਕਿਉਂਕਿ ਬਹੁਤ ਜ਼ਿਆਦਾ ਇਹ ਚੀਜ਼ਾਂ ਅੱਜ ਕੱਲ੍ਹ ਦੇਖੀਆਂ ਜਾ ਰਹੀਆਂ ਕਿ ਮੰਗਲੀਕ ਹੈ, ਇਹਦਾ ਹੋ ਸਕਦਾ ਨਹੀਂ ਹੋ ਸਕਦਾ। ਇਹ ਚੀਜ਼ਾਂ ਜਿਹੜੀਆਂ ਮਿਥਸ ਜਿਹੜੇ ਹੈ ਆਚਾर्य ਪੀ ਖੁਰਾਨਾ ਜੀ ਨੇ ਆਪਣੀ ਕਿਤਾਬ ਦੇ ਵਿੱਚ ਉਸ ਨੂੰ ਤੋੜਨ ਦੀ ਜਿਹੜੀ ਹੈ ਉਹਨਾਂ ਨੇ ਕਿਹਾ ਕਿ ਮੈਂ ਇੱਕ ਕੋਸ਼ਿਸ਼ ਹੈ, ਇੱਕ ਇਨੀਸ਼ੀਏਟ ਹੈ ਜਿਹੜਾ ਲਿੱਤਾ ਹੋਇਆ। ਸੋ ਅਗਰ ਤੁਹਾਨੂੰ ਇੰਟਰਸਟ ਹੈ ਇਸ ਬੁੱਕ ਨੂੰ ਪੜ੍ਹਨ ਦੇ ਵਿੱਚ, ਜਾਂ ਤੁਸੀਂ ਚਾਹੁੰਦੇ ਇਸ ਬੁੱਕ ਨੂੰ ਪੜ੍ਹਨਾ, ਸੋ ਤੁਹਾਨੂੰ ਦੱਸਿਆ ਹੈ ਸ਼ਿਲਪਾ ਨੇ ਕਿ ਤੁਸੀਂ ਜਾ ਕੇ ਇਸ ਨੂੰ ਆਰਡਰ ਕਰ ਸਕਦੇ। ਸੋ ਅਗਲੀ ਵਾਰ ਮਿਲਦੇ ਹਾਂ, ਉਦੋਂ ਤੱਕ ਮੈਨੂੰ ਯਾਨੀ ਕਿ ਨੇਹਾ ਮਨਹਾਸ ਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ। मुबारक खुराना साहब, सादर प्रणाम। Shilpa, all the best to you too. So happy for you and being a chela or being a shishya to such a fine guru and him giving you his blessings. It's a huge thing. Mubarak, Mubarak, Mubarak. Congratulations. सादर प्रणाम आपको, आपके परिवार को। खुराना साहब, all my respects to you. Hope to see you sometimes. God bless. My regards, my respects. ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਰੋਸ਼ਨ ਪ੍ਰਿੰਸ। ਬਹੁਤ ਬਹੁਤ ਮੁਬਾਰਕਾਂ ਸ਼ਿਲਪਾ ਧਰ ਜੀ ਨੂੰ। ਅੱਜ ਬਹੁਤ ਵੱਡਾ ਦਿਨ ਹੈ ਤੁਹਾਡੇ ਵਾਸਤੇ, ਬਹੁਤ ਖੂਬਸੂਰਤ ਦਿਨ ਹੈ, ਕਿਉਂਕਿ ਪੀ ਖੁਰਾਨਾ ਜੀ ਉਹਨਾਂ ਦੇ ਆਸ਼ੀਰਵਾਦ ਦੇ ਨਾਲ ਉਹਨਾਂ ਦੀ ਲੈਗੇਸੀ ਜਿਹੜੀ ਐਸਟ੍ਰੋਲੋਜੀ ਔਰ ਵਾਸਤੂ ਸ਼ਾਸਤਰੀ, ਤੁਸੀਂ ਉਹਨੂੰ ਅੱਗੇ ਲੈ ਕੇ ਜਾ ਰਹੇ ਹੋ। ਕਹਿੰਦੇ ਹੁੰਦੇ ਨੇ ਕਿ ਗੁਰੂ ਬਿਨਾਂ ਗਤ ਨਹੀਂ। ਅੱਜ ਤੁਸੀਂ ਗੁਰੂ ਵਾਲੇ ਹੋ ਗਏ ਹੋ, ਇਹਦੇ ਵਾਸਤੇ ਬਹੁਤ 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 ਮੁਬਾਰਕਾਂ ਤੁਹਾਨੂੰ। ਜਿਹੜਾ ਇੱਕ ਸ਼ਾਗਿਰਦ ਹੁੰਦਾ ਨਾ, ਇੱਕ ਗੁਰੂ ਦੀ ਮਹੱਤਤਾ ਉਹਨੂੰ ਹੀ ਪਤਾ ਹੁੰਦਾ, ਜਿਹੜਾ ਚਰਨਾਂ 'ਚ ਬੈਠ ਕੇ ਸਿੱਖਦਾ। ਤਾਂ ਤੁਸੀਂ ਉਹ ਸਿੱਖਣ ਵਾਲੇ ਹੋ, ਤੁਸੀਂ ਉਹ ਸਾਰਾ ਕੰਮ ਕੀਤਾ ਹੋਇਆ ਆਪਣੀ ਲਾਈਫ 'ਚ। ਸੋ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ, ਤੁਹਾਨੂੰ ਵੀ ਔਰ ਤੁਹਾਡੇ ਗੁਰੂ ਸਾਹਿਬ ਨੂੰ ਵੀ। ਸਤਿ ਸ਼੍ਰੀ ਅਕਾਲ। Hi guys, Sat Sri Akal. I'm Manmeet, one of the Meet brothers, and I'm here to congratulate my dear friend Shilpa Dhar. बड़ी खुशी की बात है कि P Khurana ji is giving his legacy to Shilpa during his book release. I've known Shilpa for a very long time, and I have to say that she definitely has a gift, and I'm very happy for her. And I really wish कि हम Meet brothers वहाँ पे आज हो पाते, but because of one of our shows we could not come. But nevertheless, in spirits we are there. And wishing all the best to Khurana ji for the book release, and also Shilpa Dhar for rightfully being gifted the legacy from Mr. P. Khurana. All the best Shilpa, and all the best Khurana ji. Wish you all very, very best from the Meet brothers. Lots of love. Hi everyone, this is Karan Kundra, and I am actually very glad that the legend himself, P. Khurana ji, is giving away his legacy to a very dear friend of mine, Shilpa Dhar, on the event of releasing his book. I think it's a big milestone for Shilpa, and he is wishing you a good future ahead. And I really wish that I was there personally, but I can't because I'm shooting. But it's a big thing and a big day, and I wish you well and God bless you.
Hi Shilpa, hope you are doing great and many congratulations. This is such a great news that P. Khurana ji is handing over his legacy to you on his book release. Trust me, ये साल की सबसे बेस्ट खबर है ये मेरे लिए, one of the best खबर because ये आपके साथ हुआ है and I know how hard you have worked for this and I know how good you are at your work, you know. So ये बहुत बड़ी responsibility and I'm sure that you are going to continue his legacy with utmost sincerity and honesty because I know you as a person and I know that is going to reflect in your work as well. So wish you all the very best for that and my sincere apologies that I couldn't make it for the event, but sending all the love, all the blessings and all my good wishes your way. Do good and God bless you and once again congratulations for your new beginning. God bless you. Take care. Congratulations शिल्पा धर, वंडरफुल जो आप ये मेहनत कर रहे हैं, जो आप ये एस्ट्रोलॉजी में इतना ज़्यादा एक्सपर्ट बनते जा रहे हैं कि आचार्य खुराना साहब, जो मुझे अभी भी याद है तारा स्टूडियो में जब वो बोलते थे तो इतना परफेक्ट एक्यूरेट बोलते थे, इट वाज अमेजिंग। एंड आप बुक लॉन्च कर रही हैं, आचार्य जी आपको अपना सारे गुण सिखा रहे हैं, बहुत बहुत बड़ी बात है। कॉन्ग्रेचुलेशन शिल्पा, मैं विश करता हूं कि मैं वहां पहुंच सकता माउंट व्यू होटल 19 को, लेकिन ड्यू टू कोविड इट्स नॉट ईजी, पर हमारी दुआएं आप सबके साथ हैं। ऐसे अच्छे काम करते रहो, लोगों को हेल्प करते रहो। गॉड ब्लेस यू। ਸਿਨੇਮਾ ਤੇ ਸੰਗੀਤ ਜਗਤ ਦੀ ਹੋਰ ਲੇਟੈਸਟ ਅਪਡੇਟਸ ਲਈ ਸਾਡਾ ਫੇਸਬੁੱਕ ਪੇਜ ਬਾਲੀਵੁੱਡ ਤੜਕਾ ਪੰਜਾਬੀ ਲਾਈਕ ਕਰੋ ਤੇ YouTube ਚੈਨਲ ਸਬਸਕ੍ਰਾਈਬ ਕਰੋ।